ਗੁਰੂ ਦੀ ਪਿਆਰੀ ਸਾਧ ਸੰਗਤ ਜੀ, ਜਦੋਂ ਸਿੰਗਲਾਦੀਪ ਦਾ ਰਾਜਾ ਗੁਰੂ ਨਾਨਕ ਦੇਵ ਜੀ ਦੀ ਕੀਰਤੀ ਸੁਣ ਕੇ ਪ੍ਰੇਮ ਵਸ ਹੋ ਗਿਆ, ਮਨ ਵਿੱਚ ਸ਼ਰਧਾ ਵੈਰਾਗ ਜਾਗਿਆ, ਤਾਂ ਕਈ ਪਾਖੰਡੀਆਂ ਨੇ ਆਪਣੇ ਨਾਮ ਨਾਨਕ ਧਰਾ ਲਏ ਤੇ ਰਾਜੇ ਸ਼ਿਵਨਾਭੀ ਨੂੰ ਧੋਖਾ ਦੇ ਗਏ। ਤਾਂ ਰਾਜੇ ਸ਼ਿਵਨਾਭੀ ਨੇ ਸ਼ਹਿਰ ਦੀਆਂ ਸੁੰਦਰ ਵੇਸਵਾਵਾਂ ਨੂੰ ਆਖਿਆ ਕਿ ਜਿਹੜਾ ਵੀ ਸ਼ਹਿਰ ਵਿੱਚ ਕੋਈ ਨਵਾਂ ਜੋਗੀ ਫਕੀਰ ਆਵੇ, ਉਸ ਦੀ ਹਰ ਤਰ੍ਹਾਂ ਜੀ ਜਾਨ ਨਾਲ ਸੇਵਾ ਕਰੋ। ਇਸਤਰੀਆਂ ਵਾਲੇ ਭਾਵ ਪ੍ਰਗਟਾਓ, ਹਾਰ ਸ਼ਿੰਗਾਰ ਲਾ ਕੇ ਅਸਲੀ ਫਕੀਰਾਂ ਨੂੰ ਪਰਖੋ, ਤਾਂ ਕਿ ਮੈਂ ਸੱਚੇ ਗੁਰੂ ਨਾਨਕ ਦੇ ਦਰਸ਼ਨ ਕਰ ਸਕਾਂ। ਇਸ ਤਰ੍ਹਾਂ ਬਹੁਤ ਸਾਰੇ ਫਕੀਰ ਆਏ। ਆਖਿਰ ਪਰਖ ਦੀ ਕਸਵੱਟੀ ਤੇ ਸਭ ਊਣੇ ਹੀ ਰਹੇ ਤੇ ਇਸ ਤਰ੍ਹਾਂ ਰਾਜੇ ਸ਼ਿਵਨਾਭੀ ਦੇ ਵੈਰਾਗ 'ਚ ਵਾਧਾ ਹੀ ਹੁੰਦਾ ਗਿਆ। ਆਖਿਰ ਗੁਰੂ ਨਾਨਕ ਦੇਵ ਜੀ ਤੋਂ ਬਿਨਾਂ ਕੌਣ ਪੂਰਾ ਹੋਵੇਗਾ। ਯਾਦ ਵਿੱਚ ਇੰਨਾ ਮਗਨ ਹੋ ਗਿਆ ਕਿ ਮੂੰਹ ਤੇ ਪਿਲਕਣ ਛਾ ਗਈ, ਅੱਖਾਂ ਵਿੱਚ ਅਥਰੂ ਹਰ ਵੇਲੇ ਵਗਣ ਲੱਗੇ। ਇਸ ਤਰ੍ਹਾਂ ਗੁਰੂ ਜੀ ਨੂੰ ਪ੍ਰੇਮ ਖਿੱਚ ਪਈ ਤੇ ਰਾਜੇ ਸ਼ਿਵਨਾਭੀ ਨੂੰ ਦਰਸ਼ਨ ਦੇਣ ਲਈ ਚੱਲ ਪਏ। ਰਸਤੇ ਵਿੱਚ ਐਮਨਾਬਾਦ ਭਾਈ ਲਾਲੋ ਜੀ ਦੇ ਪਾਸ ਆਪ ਜੀ ਨੇ ਵਿਸ਼ਰਾਮ ਕੀਤਾ। ਲਾਲੋ ਦਾ ਮਨ ਗੁਰੂ ਦਰਸ਼ਨ ਕਰਕੇ ਬਾਗੋ ਬਾਗ ਹੋ ਗਿਆ। 5 ਰਾਤਾਂ ਗੁਰੂ ਨਾਨਕ ਦੇਵ ਤੇ ਮਰਦਾਨਾ ਭਾਈ ਲਾਲੋ ਜੀ ਪਾਸ ਰਹੇ। ਗੁਰੂ ਜੀ ਚਲਦੇ ਚਲਦੇ ਜੰਤਰਾਂ ਮੰਤਰਾਂ ਦੇ ਦੇਸ਼ ਢਾਕਾ ਪਹੁੰਚੇ। ਹੌਲੀ ਹੌਲੀ ਚਲਦੇ ਚਲਦੇ ਆਪ ਪੰਧ ਮੁਕਾ ਰਹੇ ਸਨ। ਜਿੱਥੇ ਰਾਤ ਪੈ ਜਾਂਦੀ ਆਰਾਮ ਕਰ ਲੈਂਦੇ ਸਨ। ਇਸ ਤਰ੍ਹਾਂ ਟੁਰਦਿਆਂ ਟੁਰਦਿਆਂ 3 ਦਿਨ ਬੀਤ ਗਏ। ਕਿਸੇ ਜਗ੍ਹਾ ਵੀ ਕੋਈ ਖਾਣ ਪੀਣ ਦਾ ਸਾਮਾਨ ਨਹੀਂ ਮਿਲਿਆ। ਮਰਦਾਨੇ ਨੂੰ ਭੁੱਖ ਪਿਆਸ ਤੰਗ ਕਰਨ ਲੱਗੀ। ਮਰਦਾਨੇ ਨੂੰ ਬੜੇ ਜ਼ੋਰਾਂ ਦੀ ਭੁੱਖ ਲੱਗੀ ਤੇ ਮਨ ਵਿੱਚ ਖਿਝ ਗਿਆ, ਪਰ ਮੂੰਹੋਂ ਕੁਝ ਬੋਲਿਆ ਨਹੀਂ। ਬਲ ਤੇ ਬਗੈਰ ਸਰੀਰ ਬੜਾ ਕਮਜ਼ੋਰ ਜਾਪਣ ਲੱਗਾ। ਮਨ 'ਚ ਬੜਾ ਪਰੇਸ਼ਾਨ ਹੋ ਸੋਚਣ ਲੱਗਾ, ਇਸ ਬੰਦੇ ਨਾਨਕ ਨਾਲ ਮੇਰੀ ਦੋਸਤੀ ਕਿੰਜ ਨਿਭ ਸਕੇਗੀ। ਨਾ ਇਹਨਾਂ ਨੂੰ ਭੁੱਖ ਹੈ ਨਾ ਪਿਆਸ ਹੈ, ਮੇਰੀ ਜਾਨ ਤੇ ਬਣੀ ਹੈ ਤੇ ਬਾਲੇ ਨੂੰ ਵੀ ਕੋਈ ਭੁੱਖ ਨਹੀਂ ਸਤਾ ਰਹੀ। ਚੰਗਾ ਭਲਾ ਟੁਰਿਆ ਜਾ ਰਿਹਾ ਹੈ। ਤਦ ਗੁਰੂ ਜੀ ਮਰਦਾਨੇ ਦੇ ਮਨ ਦੀ ਗੱਲ ਜਾਣ ਕੇ ਪੁੱਛਣ ਲੱਗੇ, ਮਰਦਾਨੇ ਕੀ ਗੱਲ ਹੈ? ਤੇਰਾ ਚਿਹਰਾ ਉਤਰਿਆ ਹੋਇਆ ਹੈ, ਤੂੰ ਕੁਝ ਬੋਲਦਾ ਵੀ ਨਹੀਂ। ਤਦ ਮਰਦਾਨੇ ਆਖਿਆ, ਹੇ ਜਜਮਾਨ, ਤੇਰੇ ਨਾਲ ਮੇਰਾ ਨਿਰਵਾਹ ਨਹੀਂ ਜੇ ਹੋਣਾ। ਤੂੰ ਤੇ ਆਪ ਪਰਮੇਸ਼ਵਰ ਹੈ, ਤੈਨੂੰ ਤੇ ਨਾ ਭੁੱਖ ਹੈ ਨਾ ਪਿਆਸ ਹੈ। ਮੈਂ ਇਸ ਦੁੱਖ ਨਾਲ ਮਰ ਜਾਵਾਂਗਾ। ਤਾਂ ਗੁਰੂ ਜੀ ਹੱਸਦੇ ਹੱਸਦੇ ਆਖਣ ਲੱਗੇ, ਬਈ ਮਰਦਾਨਿਆ, ਤੈਨੂੰ ਭੁੱਖਾ ਨਹੀਂ ਅਸਾਂ ਮਰਨ ਦਿੰਦੇ। ਐਵੇਂ ਤੂੰ ਦਿਲ ਨਾ ਛੋਟਾ ਕਰਿਆ ਕਰ। ਆਓ ਵੇਖ, ਸਾਹਮਣੇ ਵੱਡਾ ਸਾਰਾ ਅੱਕ ਹੈ, ਜਾ ਉਸ ਨਾਲੋਂ ਅੱਕੜੀਆਂ ਤੋੜ ਕੇ ਖਾ ਲੈ, ਤੈਨੂੰ ਜ਼ਰਾ ਸੰਤੋਖ ਤਾਂ ਆਵੇ। ਮਰਦਾਨਾ ਆਖਣ ਲੱਗਾ, ਮੇਰੀ ਤਾਂ ਭੁੱਖ ਨਾਲ ਜਾਨ ਨਿਕਲਦੀ ਜਾਂਦੀ ਹੈ ਤੇ ਤੁਸੀਂ ਉੱਤੋਂ ਅੱਕ ਖਵਾ ਕੇ ਮੈਨੂੰ ਮਾਰਨਾ ਚਾਹੁੰਦੇ ਹੋ। ਤਦ ਗੁਰੂ ਜੀ ਨੇ ਕਿਹਾ, ਹੇ ਮਰਦਾਨੇ, ਤੂੰ ਖਾ ਲੈ ਜਿੰਨੇ ਤੈਥੋਂ ਖਾ ਹੁੰਦੇ ਨੇ, ਪਰ ਤੂੰ ਲਾਲਚ ਨਾ ਕਰੀ, ਪੱਲੇ ਨਾ ਬੰਨੀ। ਤੇ ਮਰਦਾਨਾ ਮਰਦਾ ਕੀ ਨਾ ਕਰਦਾ, ਅੱਕੜੀਆਂ ਤੋੜ ਕੇ ਖਾਣ ਲੱਗਾ। ਉਹ ਮੇਰੇ ਮੌਲਾ, ਮੇਰੇ ਪਾਕ ਖੁਦਾ, ਮਰਦਾਨੇ ਦਾ ਰੋਮ ਰੋਮ ਸਵਾਦ ਸਵਾਦ ਹੋ ਗਿਆ। ਉਸਦੇ ਚਿਹਰੇ ਤੇ ਨੂਰ ਆ ਗਿਆ। ਇਹ ਅੱਕੜੀਆਂ ਨਹੀਂ, ਇਹ ਤਾਂ ਅੰਮ੍ਰਿਤ ਭਰੀਆਂ ਮਿੱਠੀਆਂ ਲੁਕਾਠਾਂ ਹਨ। ਇੰਨਾ ਸਵਾਦਿਸ਼ਟ ਤੇ ਪਹਿਲੇ ਕੁਝ ਮੈਂ ਖਾਧਾ ਹੀ ਨਹੀਂ। ਮਰਦਾਨਾ ਲਾਲਚ ਵਿੱਚ ਆ ਗਿਆ। ਰੱਜ ਕੇ ਕੁਝ ਫਲ ਤੋੜ ਕੇ
ਆਪਣੇ ਲੜ ਬੰਨ ਟੁਰ ਪਿਆ। ਅਗਲੇ ਦਿਨ ਫਿਰ ਭੁੱਖ ਲੱਗੀ ਤਾਂ ਗੁਰੂ ਜੀ ਤੋਂ ਅੱਖ ਬਚਾ ਕੇ ਖਾਣ ਲੱਗਾ। ਖਾਂਦੇ ਸਾਰ ਹੀ ਉਸ ਨੂੰ ਜ਼ਹਿਰ ਚੜ ਗਿਆ ਤੇ ਲੱਗਾ ਪੀੜ ਨਾਲ ਕੁਰਲਾਉਣ। ਬੜਾ ਦੁਖੀ ਹੋ ਕੇ ਹਾਏ ਹਾਏ ਪੁਕਾਰਨ ਲੱਗਾ, ਬੜਾ ਹਾਲ ਪਾਰਿਆ ਕਰਨ ਲੱਗਾ। ਕਦੀ ਢਿੱਡ ਭਰਨੇ ਪੈਂਦਾ, ਕਦੀ ਬਹਿੰਦਾ, ਕਦੀ ਆਕੜ ਜਾਂਦਾ, ਬੜਾ ਹਾਲ ਪਾਰਿਆ ਕਰਨ ਲੱਗਾ। ਗੁਰੂ ਤੋਂ ਸ਼ਰਮਾਉਂਦਾ ਦੱਸਦਾ ਵੀ ਕੁਝ ਨਹੀਂ ਸੀ। ਗੁਰੂ ਜੀ ਪੁੱਛਿਆ, ਮਰਦਾਨੇ ਕੀ ਗੱਲ ਹੈ, ਤੂੰ ਲਾਲਚ ਕਿਉਂ ਕੀਤਾ? ਜੇ ਮੈਥੋਂ ਪੁੱਛ ਲੈਂਦਾ ਤਾਂ ਇਸ ਤਰ੍ਹਾਂ ਦੁਖੀ ਨਾ ਹੁੰਦਾ। ਤਾਂ ਮਰਦਾਨਾ ਢਿੱਡੋਂ ਆਖਣ ਲੱਗਾ, ਗੁਰੂ ਜੀ ਮੈਂ ਤੁਸਾਂ ਤੋਂ ਚੋਰੀ ਉਹ ਅੱਕ ਖਾ ਲਏ ਨੇ, ਜ਼ਹਿਰ ਵਰਗੇ ਕੌੜੇ ਸਨ। ਤਾਂ ਗੁਰੂ ਜੀ ਨੇ ਆਪਣੇ ਹੱਥੀਂ ਉਸ ਨੂੰ ਅਕੜੇ ਖਾਣ ਲਈ ਦਿੱਤੇ ਤੇ ਕਿਰਪਾ ਨਾਲ ਮਰਦਾਨੇ ਦਾ ਦੁੱਖ ਦੂਰ ਹੋ ਗਿਆ। ਇਸ ਤਰ੍ਹਾਂ ਗੁਰੂ ਜੀ ਫਕੀਰਾਂ ਦੇ ਭੇਸ 'ਚ ਕਾਮਰੂਪ ਦੇਸ਼ ਵਿੱਚ ਜਾ ਡੇਰਾ ਕੀਤਾ। ਕਾਮਰੂਪ ਨੂੰ ਅੱਜ ਕੱਲ ਅਸਾਮ ਕਿਹਾ ਜਾਂਦਾ ਹੈ। ਅਸਾਮ ਵਿੱਚ ਭੂਟਾਨ ਦੀ ਸਰਹੱਦ ਤੇ ਕਾਮਰੂਪ ਇੱਕ ਜ਼ਿਲ੍ਹਾ ਹੈ। ਉਸ ਦੇ ਦੁਆਲੇ ਇਲਾਕੇ ਨੂੰ ਵੀ ਕਾਮਰੂਪ ਵੀ ਆਖੀਦਾ ਹੈ। ਇੱਥੇ ਕਾਮਾਖਿਆ ਦੇਵੀ ਦਾ ਅਸਥਾਨ ਹੈ। ਪੁਰਾਣੇ ਸਮਿਆਂ ਵਿੱਚ ਇਹ ਦੇਸ਼ ਜੰਤਰ ਮੰਤਰ, ਟੂਣੇ ਆਦਿਕਾਂ ਲਈ ਬਦਨਾਮ ਸੀ। ਸ਼ਹਿਰ ਦੇ ਬਾਹਰ-ਵਾਰ ਸੁੰਦਰ ਦਰਖਤਾਂ ਦੀ ਛਾਂ ਹੇਠਾਂ ਆਪਨੇ ਡੇਰਾ ਕੀਤਾ। ਸੁਪਾਰੀਆਂ, ਪਾਨ ਆਦਿ ਦੇ ਬੜੇ ਸੁੰਦਰ ਰੁੱਖ ਸਨ। ਬਹੁਤ ਸਾਰੇ ਬਗੀਚੇ ਕੇਲਿਆਂ ਦੇ ਸਨ। ਮਰਦਾਨਾ ਆਖਣ ਲੱਗਾ, ਹੇ ਗੁਰੂ ਜੀ, ਇੱਥੇ ਤਾਂ ਇਸਤਰੀ ਪੁਰਸ਼ਾਂ ਦੇ ਕੱਪੜੇ ਵੀ ਹੋਰਾਂ ਹੀ ਤਰ੍ਹਾਂ ਦੇ ਪਾਏ ਹੋਏ ਹਨ। ਜੇ ਤੁਹਾਡੀ ਆਗਿਆ ਹੋਵੇ ਤਾਂ ਮੈਂ ਇਸ ਸ਼ਹਿਰ ਨੂੰ ਵੇਖ ਆਵਾਂ। ਤਾਂ ਗੁਰੂ ਜੀ ਨੇ ਆਖਿਆ, ਮਰਦਾਨੇ ਇਸ ਸ਼ਹਿਰ ਤੂੰ ਨਾ ਜਾਵੀਂ, ਇਹ ਸ਼ਹਿਰ ਬੜਾ ਦੁਖਦਾਈ ਹੈ, ਤੇਰੇ ਜਾਣ ਦੇ ਲਾਇਕ ਨਹੀਂ ਹੈ। ਇਸ ਤਰ੍ਹਾਂ ਆਖ ਕੇ ਗੁਰੂ ਜੀ ਨੇ ਮਰਦਾਨੇ ਨੂੰ ਵਰਜ ਦਿੱਤਾ। ਮਰਦਾਨੇ ਮਨ ਵਿੱਚ ਸੋਚਿਆ, ਗੁਰੂ ਜੀ ਮੈਨੂੰ ਜਾਣ ਨਹੀਂ ਦਿੰਦੇ, ਕਿਤੇ ਮੈਂ ਭੋਜਨ ਨਾ ਕਰ ਆਵਾਂ। ਆਪ ਤੇ ਕੁਝ ਖਾਂਦੇ ਨਹੀਂ, ਮੈਨੂੰ ਵੀ ਭੁੱਖਿਆ ਮਾਰਨਾ ਹੈ, ਪਰ ਮੈਂ ਭੋਜਨ ਬਿਨਾਂ ਨਹੀਂ ਰਹਿ ਸਕਦਾ। ਆਖਣ ਲੱਗਾ, ਹੇ ਪ੍ਰਭੂ ਮੈਨੂੰ ਆਗਿਆ ਦੇਵੋ, ਮੈਂ ਰੱਜ ਕੇ ਭੋਜਨ ਕਰਕੇ ਜਲਦੀ ਵਾਪਸ ਆ ਜਾਵਾਂਗਾ। ਗੁਰੂ ਜੀ ਆਖਣ ਲੱਗੇ, ਮਰਦਾਨੇ ਤੈਨੂੰ ਸਬਰ ਨਹੀਂ ਹੈ। ਜੇ ਤੈਨੂੰ ਡਾਢੀ ਹੀ ਚਾਹ ਹੈ ਤਾਂ ਜਾ, ਪਰ ਲਾਲਚ ਨਾ ਕਰੀ। ਇਸ ਤਰ੍ਹਾਂ ਗੁਰੂ ਜੀ ਦੀ ਆਗਿਆ ਸੁਣ ਕੇ ਮਰਦਾਨਾ ਬਹੁਤ ਖੁਸ਼ ਹੋਇਆ ਤੇ ਸ਼ਹਿਰ ਨੂੰ ਰਵਾਨਾ ਹੋ ਗਿਆ। ਮਰਦਾਨੇ ਸ਼ਹਿਰ ਵਿੱਚ ਜਾ ਕੇ ਵੇਖਿਆ ਕਿ ਜ਼ਿਆਦਾਤਰ ਸੁੰਦਰ ਇਸਤਰੀਆਂ ਹਨ, ਜਿਨ੍ਹਾਂ ਨੇ ਪੂਰਾ ਹਾਰ ਸ਼ਿੰਗਾਰ ਕੀਤਾ ਹੋਇਆ ਹੈ। ਇੱਥੋਂ ਦੀਆਂ ਇਸਤਰੀਆਂ ਜੰਤਰ ਮੰਤਰ ਦੀਆਂ ਮਾਰ ਤੇ ਵਿਭਚਾਰਨਾ ਹਨ। ਆਪਣੇ ਪਤੀ ਨੂੰ ਵਸ ਕਰਕੇ ਪਰਾਏ ਪੁਰਖਾਂ ਨਾਲ ਵਿਭਚਾਰ ਕਰ ਰਹੀਆਂ ਸਨ। ਮਰਦਾਨੇ ਨੂੰ ਵੇਖ ਕੇ ਆਖਣ ਲੱਗੀਆਂ, ਇਹ ਮੇਰਾ ਮਿੱਤਰ ਹੈ, ਇਹ ਮੇਰਾ ਮਿੱਤਰ ਹੈ। ਤੇ ਇੱਕ ਉੱਠੀ ਉਸਨੇ ਮਰਦਾਨੇ ਦੇ ਗਲ ਨੂੰ ਧਾਗਾ ਬੰਨ ਦਿੱਤਾ ਤੇ ਮਰਦਾਨਾ ਦੇਹ ਪਲਟ ਕੇ ਭੇਡੂ ਬਣ ਗਿਆ ਤੇ ਰੱਸੀ ਪਾ ਕਿੱਲੇ ਨਾਲ ਬੰਨ ਲਿਆ, ਕਿਧਰੇ ਭੱਜ ਨਾ ਜਾਵੇ। ਜਦੋਂ ਰੂਪ ਤੋਂ ਕੁਰੂਪ ਹੋਇਆ, ਫਿਰ ਰੱਸੀ ਤੜਾਉਣ ਵਾਸਤੇ ਯਤਨ ਕਰਨ ਲੱਗਾ। ਮਨ ਵਿੱਚ ਤਾਂ ਸਭ ਕੁਝ ਜਾਣਦਾ ਹੈ, ਪਰ ਬੰਧਨ ਤਿਆਗ ਨਹੀਂ ਸਕਦਾ। ਜਿਹੜਾ ਆਪਣੇ ਪ੍ਰੇਮੀ ਦੇ ਬਚਨ ਨਹੀਂ ਮੰਨਦਾ, ਉਸ ਨੂੰ ਇਸੇ ਤਰ੍ਹਾਂ ਦੁੱਖ ਸਹਿਣੇ ਪੈਂਦੇ ਹਨ। ਇੱਥੇ ਕਿਹੜਾ ਮੇਰਾ ਘਰ ਹੈ? ਮੈਂ ਪਰਦੇਸਾਂ ਵਿੱਚ ਆਣ ਕੇ ਫਸ ਗਿਆ ਹਾਂ। ਹੁਣ ਗੁਰੂ ਜੀ ਨੂੰ ਜਾ ਕੇ ਕੌਣ ਦੱਸੇਗਾ ਤੇ ਮੇਰਾ ਇੱਥੋਂ ਛੁਟਕਾਰਾ ਕਿਸ ਤਰ੍ਹਾਂ ਹੋਵੇਗਾ? ਜਦ ਉੱਥੇ ਬੈਠਿਆਂ ਕਾਫੀ ਸਮਾਂ ਬੀਤ ਗਿਆ ਤਾਂ ਗੁਰੂ ਜੀ ਨੇ ਕਿਹਾ, ਬਾਲਿਆ ਹੁਣ ਮਰਦਾਨੇ ਨੂੰ ਜਾ ਕੇ ਲਿਆਉਣਾ ਪਵੇਗਾ। ਇਹਨਾਂ ਆਖ ਕੇ ਗੁਰੂ ਜੀ ਛੇਤੀ ਉੱਥੋਂ ਟੁਰ ਪਏ। ਤਾਂ ਗੁਰੂ ਜੀ ਨੇ ਬਾਲੇ ਨੂੰ ਦੱਸਿਆ, ਹੇ ਬਾਲੇ, ਮਰਦਾਨੇ ਨੂੰ ਭੇਡੂ ਬਣਾ ਲਿਆ ਗਿਆ ਹੈ। ਤਾਂ ਬਾਲੇ ਨੇ ਆਖਿਆ, ਗੁਰੂ ਜੀ
ਉਸ ਨੂੰ ਛਡਾਓ, ਨਹੀਂ ਭੇਡੂ ਹੀ ਬਣਿਆ ਰਹਿਣ ਦਿਓ। ਤੁਸਾਂ ਵਰਜਿਆ ਸੀ, ਉਹ ਨਹੀਂ ਮੰਨਿਆ, ਤੇ ਹੁਣ ਉਸ ਨੂੰ ਮਰਨ ਦਿਓ। ਗੁਰੂ ਜੀ ਨੇ ਕਿਹਾ, ਨਹੀਂ ਮਰਦਾਨੇ, ਉਹ ਸਾਡੇ ਨਾਲ ਹੈ ਤੇ ਉਸ ਦੀ ਰੱਖਿਆ ਕਰਨਾ ਸਾਡਾ ਫਰਜ਼ ਹੈ। ਉਹ ਭੁੱਖ ਨਹੀਂ ਸਹਾਰ ਸਕਦਾ। ਗੁਰੂ ਜੀ ਨੂੰ ਆਉਂਦਿਆਂ ਵੇਖ ਮਰਦਾਨਾ ਦੂਰੋਂ ਹੀ ਨਾਸਾਂ ਚੁੱਕ ਕੇ ਫੰਕਾਰਨ ਲੱਗਾ, ਖੁਰਾਂ ਨਾਲ ਜ਼ਮੀਨ ਪੁੱਟਣ ਲੱਗਾ, ਮੂੰਹੋਂ ਭੈਂ ਭੈਂ ਕਰਨ ਲੱਗਾ। ਗੁਰੂ ਜੀ ਉਸੇ ਘਰ ਦੇ ਬੂਹੇ ਤੇ ਆ ਗਏ ਤਾਂ ਵੇਖਿਆ 4 ਇਸਤਰੀਆਂ ਬੜੇ ਹਾਰ ਸ਼ਿੰਗਾਰ ਲਾ ਕੇ ਬੈਠੀਆਂ ਹਨ। ਗੁਰੂ ਜੀ ਨੂੰ ਵੇਖ ਕੇ ਬੜੇ ਹਾਵ ਭਾਵ ਵਿਖਾ ਰਹੀਆਂ ਹਨ ਤੇ ਮੁਸਕਰਾ ਰਹੀਆਂ ਹਨ। ਜਦੋਂ ਬਾਲੇ ਦੇ ਗਲ ਵਿੱਚ ਇੱਕ ਇਸਤਰੀ ਧਾਗਾ ਲਾਉਣ ਲੱਗੀ ਤਾਂ ਉਹ ਕੁਟਿਲ ਨਾਰ ਆਪ ਹੀ ਭੇਡ ਬਣ ਗਈ। ਦੂਸਰੀ ਗੁਰੂ ਜੀ ਵੱਲ ਧਾਗਾ ਪਾਉਣ ਦੌੜੀ ਤਾਂ ਉਸ ਦਾ ਸਰੀਰ ਕੁੱਤੀ ਦਾ ਹੋ ਗਿਆ। ਪੂਰਨ ਪੁਰਖਾਂ ਦੀ ਅਵਗਿਆ ਕਰਨ ਤੇ ਉਸ ਦੀ ਇਹ ਦਸ਼ਾ ਹੋਈ ਤੇ ਬਾਲੇ ਨੇ ਮਰਦਾਨੇ ਦੇ ਗਲ ਵਿੱਚ ਬੱਧਾ ਧਾਗਾ ਤੋੜ ਦਿੱਤਾ ਤੇ ਉਸ ਦਾ ਸਰੀਰ ਠੀਕ ਹੋ ਗਿਆ। ਮਰਦਾਨਾ ਆਖਣ ਲੱਗਾ, ਗੁਰੂ ਜੀ, ਇਹ ਤੇ ਬੇੜੀਆਂ ਬਲਾਵਾਂ ਹਨ, ਮੈਂ ਤੇ ਕੋਈ ਛਲ ਨਹੀਂ ਜਾਣਦਾ, ਇੱਥੇ ਆ ਫਸਿਆ। ਗੁਰੂ ਜੀ ਆਖਣ ਲੱਗੇ, ਮਰਦਾਨੇ, ਤੂੰ ਨਹੀਂ ਮੰਨਿਆ, ਤੈਨੂੰ ਵਰਜਿਆ ਸੀ। ਇੰਨੇ ਨੂੰ ਉਹਨਾਂ ਇਸਤਰੀਆਂ ਦੇ ਪਤੀ ਘਰਾਂ ਨੂੰ ਆ ਗਏ ਤੇ ਜੋ ਕੁੱਤੀ ਅਤੇ ਭੇਡ ਬਣੀਆਂ ਸਨ, ਇਸ਼ਾਰੇ ਕਰ ਕਰਕੇ ਆਪਣੇ ਘਰ ਵਾਲਿਆਂ ਨੂੰ ਦੱਸਣ ਲੱਗੀਆਂ। ਬੋਲਣ ਦੀ ਸ਼ਕਤੀ ਉਹਨਾਂ 'ਚ ਰਹੀ ਨਹੀਂ ਸੀ। ਇੱਧਰ ਉੱਧਰ ਫਰਾਟੇ ਮਾਰਦੀਆਂ ਫਿਰਨ। ਆਪਣੀਆਂ ਵਹੁਟੀਆਂ ਦੀ ਇਹ ਦਸ਼ਾ ਵੇਖ ਕੇ ਆਦਮੀ ਫਿਕਰਾਂ ਵਿੱਚ ਪੈ ਗਏ। ਕਿਸੇ ਪੂਰਨ ਪੁਰਖ ਨਾਲ ਇਹਨਾਂ ਮਜ਼ਾਕ ਕੀਤਾ ਤੇ ਪੁੱਠਾ ਪੈ ਗਿਆ ਤਾਂ ਉਹਨਾਂ ਦੇ ਘਰ ਵਾਲੇ ਗੁਰੂ ਜੀ ਦੇ ਮਗਰ ਦੌੜੇ ਤੇ ਬਾਲੇ ਦੇ ਚਰਨਾਂ 'ਚ ਬੇਨਤੀ ਕਰਨ ਲੱਗੇ। ਤਾਂ ਬਾਲੇ ਆਖਿਆ, ਜਾਓ ਗੁਰੂ ਜੀ ਅੱਗੇ ਬੇਨਤੀ ਕਰੋ। ਤੁਹਾਡੀਆਂ ਕੁਟੀਲ ਔਰਤਾਂ ਵਿਭਚਾਰਨਾ ਸੰਤਾਂ ਦੇ ਸੁਭਾਅ ਨਹੀਂ ਜਾਣਦੀਆਂ। ਇਹਨਾਂ ਦੀ ਮੱਤ ਸਦਾ ਹੀ ਭੋਗ ਵਿਲਾਸ 'ਚ ਲੱਗੀ ਰਹਿੰਦੀ ਹੈ। ਇਸੇ ਕਰਕੇ ਇਹਨਾਂ ਨੇ ਕੀਤੀ ਦਾ ਫਲ ਪਾਇਆ ਹੈ। ਸਾਧੂ ਪਰਉਪਕਾਰੀ ਹੁੰਦੇ ਹਨ, ਕਿਸੇ ਚੀਜ਼ ਦੀ ਇੱਛਾ ਨਹੀਂ ਰੱਖਦੇ। ਇਹ ਮਨਮਤੀ ਮੂਰਖ ਹਨ, ਜਿਨ੍ਹਾਂ ਸੰਤਾਂ ਉੱਤੇ ਟੂਣਾ ਕੀਤਾ ਹੈ। ਇਹ ਕਾਮ 'ਚ ਆਤੁਰ ਹੋਈਆਂ ਹਨ, ਥਾਂ ਕਥਾਂ ਵੀ ਵੇਖਦੀਆਂ ਨਹੀਂ ਹਨ। ਤਾਂ ਗੁਰੂ ਜੀ ਨੇ ਉਹਨਾਂ ਦੇ ਆਦਮੀਆਂ ਨੂੰ ਕਿਹਾ, ਗੁਰਸਿੱਖੀ ਨੂੰ ਗ੍ਰਹਿਣ ਕਰੋ ਤੇ ਬਖਸ਼ੇ ਜਾਓਗੇ। ਧਰਮਸ਼ਾਲਾ ਬਣਾਵੋ, ਇਹ ਜੰਤਰ ਮੰਤਰ ਛੱਡੋ, ਹਿਰਦੇ ਵਿੱਚ ਪ੍ਰਭੂ ਦਾ ਡਰ ਵਸਾਵੋ, ਆਏ ਗਏ ਅਤਿਥੀ ਦੀ ਸੇਵਾ ਕਰੋ। ਜਦ ਇਸ ਤਰ੍ਹਾਂ ਮੰਨ ਗਏ ਤਾਂ ਇਸਤਰੀਆਂ ਪਹਿਲੀ ਹਾਲਤ ਵਿੱਚ ਆ ਗਈਆਂ। ਇਸ ਤਰ੍ਹਾਂ ਉੱਥੇ ਹੀ ਰਾਤ ਪੈ ਗਈ। ਗੁਰੂ ਜੀ ਨੇ ਉੱਥੇ ਹੀ ਵਿਸ਼ਰਾਮ ਕੀਤਾ ਤੇ ਸਵੇਰ ਨੂੰ ਹੋਰਾਂ ਨੂੰ ਗੁਰੂ ਜੀ ਬਾਰੇ ਪਤਾ ਲੱਗਾ ਤਾਂ ਗੁਰੂ ਜੀ ਨੇ ਉਹਨਾਂ ਨੂੰ ਪਾਹੁਲ ਬਖਸ਼ੀ। ਫਿਰ ਸਾਰਿਆਂ ਨੇ ਗੁਰੂ ਜੀ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਗੁਰੂ ਜੀ ਕੁਝ ਦਿਨ ਸਾਡੇ ਪਾਸ ਰਹੋ। ਤਾਂ ਗੁਰੂ ਜੀ ਨੇ ਕਿਹਾ, ਭਾਈ, ਕੜਾਹ ਪ੍ਰਸਾਦ ਬਣਾ ਕੇ ਅਰਦਾਸ ਕਰਿਆ ਕਰੋ, ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ। ਇਸ ਤਰ੍ਹਾਂ ਚਲਦੇ ਚਲਦੇ ਗੁਰੂ ਜੀ ਸਮੁੰਦਰ ਕੰਢੇ ਆ ਪਹੁੰਚੇ। ਉਸ ਨੂੰ ਪਾਰ ਕਰਨਾ ਹੈ। ਆਖਣ ਲੱਗੇ, ਮਰਦਾਨੇ, ਕੋਈ ਸਲਾਹ ਦੇ, ਕਿਵੇਂ ਉਹ ਪਾਰ ਜਾ ਸਕਾਂਗੇ। ਤਾਂ ਬਾਲਾ ਆਖਣ ਲੱਗਾ, ਮਹਾਰਾਜ, ਤੁਹਾਡੇ ਸ਼ਬਦਾਂ ਤੇ ਤਾਂ ਭਵਸਾਗਰ ਤਰ ਜਾਈਏ, ਇਹ ਤੇ ਸਧਾਰਨ ਸਾਗਰ ਹੈ। ਤਾਂ ਗੁਰੂ ਜੀ ਬੜੇ ਖੁਸ਼ ਹੋਏ ਤੇ ਬੋਲੇ, ਏਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਸ਼ਲੋਕ ਪੜ੍ਹ ਕੇ ਗੁਰੂ ਜੀ ਨੇ ਕਿਹਾ, ਮੇਰੇ ਪਿੱਛੇ ਪਿੱਛੇ ਟੁਰਦੇ ਆ ਜਾਵੋ। ਉਹਨਾਂ ਦੇ ਪੈਰਾਂ ਨੂੰ ਪਾਣੀ ਛੋਹ ਤੱਕ ਨਹੀਂ ਸੀ ਰਿਹਾ। ਐਸੀ ਕਿਰਪਾ ਹੋਈ ਕਿ ਟੁਰਦੇ ਟੁਰਦੇ ਨਾਗਪਟਮ ਟਾਪੂ ਤੇ ਜਾ ਪਹੁੰਚੇ। ਉੱਥੇ ਫਿਰ ਅਗਾਂਹ ਟੁਰਦੇ ਸਿੰਗਲਾ ਦੀਪ ਪਹੁੰਚੇ। ਗੁਰੂ ਜੀ ਨੇ ਰਾਜੇ ਸ਼ਿਵ ਨਾਭੀ ਦੇ ਸੁੱਕੇ ਬਾਗ 'ਚ ਜਾ ਡੇਰਾ ਕੀਤਾ।
ਗੁਰੂ ਜੀ ਦੀ ਚਰਨ ਛੋਹ ਪਾਉਂਦਿਆਂ ਬਾਗ ਹਰਾ ਹੋ ਗਿਆ। ਸਾਰੇ ਸ਼ਹਿਰ ਵਿੱਚ ਬੜੀ ਹੈਰਾਨੀ ਹੋਈ ਤੇ ਸਭ ਨੇ ਗੁਰੂ ਜੀ ਨੂੰ ਨਮਸਕਾਰ ਕੀਤੀ। ਤਾਂ ਮਾਲੀ ਨੇ ਜਾ ਕੇ ਰਾਜੇ ਨੂੰ ਖਬਰ ਕੀਤੀ ਕਿ ਬਾਗ ਵਿੱਚ 3 ਐਸੇ ਫਕੀਰ ਆਏ ਹਨ ਕਿ ਤੇਰਾ ਬਾਗ ਹਰਾ ਹੋ ਗਿਆ। ਇਹ ਗੱਲ ਸੁਣ ਕੇ ਰਾਜਾ ਬੜਾ ਖੁਸ਼ ਹੋਇਆ ਤੇ ਆਖਣ ਲੱਗਾ, ਜ਼ਰੂਰ ਉਹ ਗੁਰੂ ਨਾਨਕ ਹੀ ਹੋਣਗੇ। ਮਨ ਸੁਖ ਆਖਦਾ ਸੀ, ਉਹ ਤਾਂ ਉਦੇਲਾਂ ਦੇ ਬਾਗ ਹਰੇ ਭਰੇ ਕਰ ਦਿੰਦੇ ਹਨ। ਤਾਂ ਰਾਜੇ ਦਾ ਮੰਤਰੀ ਪਰਸ਼ੂਰਾਮ ਜਲਦੀ ਭੋਜਨ ਲੈ ਕੇ ਬਾਗ ਵਿੱਚ ਗਿਆ ਤੇ ਗੁਰੂ ਜੀ ਨੂੰ ਛਕਣ ਵਾਸਤੇ ਬੇਨਤੀ ਕੀਤੀ ਤੇ ਆਖਿਆ, ਹੇ ਗੁਰੂ ਜੀ, ਰਾਜੇ ਨੇ ਤੁਹਾਡੇ ਵਾਸਤੇ ਵਧੀਆ ਭੋਜਨ ਭੇਜਿਆ ਹੈ। ਤਾਂ ਗੁਰੂ ਜੀ ਨੇ ਰਾਗ ਮਾਰੂ ਉਚਾਰਿਆ। ਮਾਰੂ ਮਹੱਲਾ ਪਹਿਲਾ। ਰਸ ਕਸ ਸਵਾਦ ਹੈ, ਬਿਖ ਫਲ ਮੀਠਾ ਚਾਖ, ਕਿਰਪਾ ਜਿਸ ਆਪਣੀ ਤਾਕੋ ਰੱਖੇ ਆਪ। ਗੁਰੂ ਜੀ ਨੇ ਆਖਿਆ, ਇਹ ਰਸ ਸਵਾਦ ਸਭ ਹੀ ਵਿਅਰਥ ਹਨ। ਪਰਮਾਤਮਾ ਦਾ ਨਾਮ ਹੀ ਜੀਵ ਦਾ ਇੱਕਮਾਤਰ ਸਹਾਈ ਹੈ। ਜਿਹੜਾ ਇਹਨਾਂ ਰਸਾਂ ਕਸਾਂ 'ਚ ਫਸ ਜਾਂਦਾ ਹੈ, ਉਸ ਦੇ ਮਨ 'ਚ ਵਿਕਾਰ ਪੈਦਾ ਹੋ ਜਾਂਦੇ ਹਨ। ਹਰ ਨਾਮ ਹੀ ਇਹਨਾਂ ਵਿਕਾਰਾਂ ਦਾ ਖਾਤਮਾ ਕਰ ਸਕਦਾ ਹੈ। ਗੁਰੂ ਜੀ ਦੇ ਪਵਿੱਤਰ ਵਚਨ ਸੁਣ ਕੇ ਮੰਤਰੀ ਹੈਰਾਨ ਹੋਇਆ ਤੇ ਸਾਰਾ ਬਿਰਤਾਂਤ ਉਸਨੇ ਰਾਜੇ ਨੂੰ ਜਾ ਕੇ ਦੱਸਿਆ। ਆਖਿਆ, ਉਹ ਤਾਂ ਸੰਤ ਹਨ, ਸਵਾਦਾਂ ਅਤੇ ਵਸਤਰਾਂ ਤੋਂ ਬਿਰਕਤ ਹਨ, ਉਹਨਾਂ ਚੀਜ਼ਾਂ ਨੂੰ ਪਸੰਦ ਨਹੀਂ ਕਰਦੇ। ਤਾਂ ਰਾਜੇ ਨੇ ਸੁੰਦਰ ਇਸਤਰੀਆਂ ਨੂੰ ਗੁਰੂ ਜੀ ਪਾਸ ਭੇਜਿਆ। ਬਹੁਤ ਮਹੀਨ ਪਤਲੇ ਕੱਪੜੇ ਪਾਏ, ਜਿਨ੍ਹਾਂ ਨੂੰ ਵੇਖ ਬੰਦਾ ਲੱਜਾਵਾਨ ਹੁੰਦਾ ਸੀ। ਇਸਤਰੀਆਂ ਨੇ ਜਾ ਕੇ ਗੁਰੂ ਜੀ ਕੋਲ ਨੱਚਣਾ ਸ਼ੁਰੂ ਕਰ ਦਿੱਤਾ ਤੇ ਅਨੇਕਾਂ ਤਰ੍ਹਾਂ ਨਾਲ ਆਪਣੇ ਹਾਵ ਭਾਵ ਪ੍ਰਗਟ ਕੀਤੇ। ਤਦ ਗੁਰੂ ਜੀ ਨੇ ਆਖਿਆ, ਮਰਦਾਨੇ, ਰਬਾਬ ਦੀਆਂ ਤਾਰਾਂ ਛੇੜ। ਗੁਰੂ ਜੀ ਨੇ ਕਿਹਾ, ਇਹਨਾਂ ਦੇ ਸਰੀਰ ਤੋਂ ਦੁਰਗੰਧ ਆਉਂਦੀ ਹੈ। ਇਹਨਾਂ ਨੂੰ ਸਿਰਫ ਕਾਮੀ ਹੀ ਸਪਰਸ਼ ਕਰਦੇ ਹਨ। ਇਹਨਾਂ ਨੂੰ ਸਪਰਸ਼ ਕਰਨ ਵਾਲੇ ਦਾ ਜੀਵਨ ਭਰਮਤ ਹੋ ਜਾਂਦਾ ਹੈ। ਇਸ ਤਰ੍ਹਾਂ ਸਾਰੀ ਗੱਲ ਇਸਤਰੀਆਂ ਨੇ ਰਾਜੇ ਨੂੰ ਜਾ ਕੇ ਦੱਸੀ। ਉਹ ਫਕੀਰ ਤਾਂ ਇਸਤਰੀਆਂ ਵਿੱਚ ਦੋਸ਼ ਆਰੋਪਿਤ ਕਰਦੇ ਹਨ ਅਤੇ ਸਾਨੂੰ ਆਪਣੇ ਕੋਲ ਬੈਠਣ ਤੱਕ ਨਹੀਂ ਦਿੱਤਾ। ਤਦ ਮੰਤਰੀ ਨੇ ਬੜੇ ਸੁੰਦਰ ਕੱਪੜੇ ਗਹਿਣੇ ਗੁਰੂ ਜੀ ਅੱਗੇ ਧਰ ਦਿੱਤੇ ਤੇ ਆਖਿਆ, ਗੁਰੂ ਜੀ, ਤੁਹਾਡੇ ਵਾਸਤੇ ਭੇਟ ਭੇਜੀ ਹੈ, ਇਸ ਨੂੰ ਸਵੀਕਾਰ ਕਰੋ। ਤਾਂ ਗੁਰੂ ਜੀ ਨੇ ਕਿਹਾ, ਕਾਇਆ ਕਪੜਾ ਕੂੜ ਹੈ, ਇनको ਦੇਖ ਨਾ ਭੂਲ, ਸੋਨਾ ਰੂਪਾ ਮਾਲ ਧਨ, ਥੇਈ ਨਰਕਾ ਮੂਲ। ਗੁਰੂ ਜੀ ਨੇ ਕਿਹਾ, हे ਮੰਤਰੀ ਜੀ, ਇਹ ਕਾਇਆ ਆਦਿ ਜੋ ਕੱਪੜਾ ਹੈ, ਇਹ ਝੂਠਾ ਹੈ। ਮੂਰਖ ਭੁੱਲਦਾ ਹੈ, ਇਹ ਵਸਤਰ ਆਦਿ ਸਾਡੇ ਕਿਸੇ ਕੰਮ ਨਹੀਂ ਨੇ। ਇਹ ਸੁਣ ਕੇ ਮੰਤਰੀ ਰਾਜੇ ਪਾਸ ਵਾਪਸ ਪਰਤ ਗਿਆ ਤੇ ਆਖਿਆ, हे ਰਾਜਨ, ਉਹ ਤੇ ਕੋਈ ਉੱਚ ਕੋਟੀ ਦੇ ਸ਼ੀਲ ਸੁਭਾਅ ਦੇ ਸੰਤ ਹਨ। ਤੇਰੀ ਭੇਜੀ ਹੋਈ ਕੋਈ ਵੀ ਚੀਜ਼ ਉਹਨਾਂ ਸਵੀਕਾਰ ਨਹੀਂ ਕੀਤੀ ਹੈ। ਚਲੋ ਆਪ ਜਾ ਕੇ ਉਹਨਾਂ ਦੇ ਦਰਸ਼ਨ ਕਰੋ। ਰਾਜਾ ਗੁਰੂ ਨਾਨਕ ਸਾਹਿਬ ਜੀ ਦੀ ਪਰਖ ਕਰਕੇ ਆਪ ਦਰਸ਼ਨ ਕਰਨ ਲਈ ਤੁਰ ਪਿਆ। ਬਹੁਤ ਸਾਰੇ ਆਦਮੀਆਂ ਨਾਲ ਮਨ 'ਚ ਸ਼ਰਧਾ ਪ੍ਰੇਮ ਧਾਰਨ ਕਰਕੇ ਚੱਲ ਪਏ। ਗੁਰੂ ਜੀ ਦੇ ਦਰਸ਼ਨ ਕਰਕੇ ਉਸ ਦਾ ਮਨ ਇਸ ਤਰ੍ਹਾਂ ਖੁਸ਼ ਹੋਇਆ ਜਿਵੇਂ 14ਵੀਂ ਦੇ ਚੰਨ ਨੂੰ ਵੇਖ ਕੇ ਸਮੁੰਦਰ ਖੁਸ਼ ਹੁੰਦਾ ਹੈ। ਨਮਸਕਾਰ ਕਰਕੇ ਬੈਠ ਗਿਆ ਤੇ ਗੁਰੂ ਜੀ ਨੇ ਫਰਮਾਇਆ, ਸੁਣ ਰਾਜਾ ਸ਼ਿਵ ਨਾਭੀ, ਤੂੰ ਸ਼ੁਭ ਮਤ ਤੇਰੀ ਰਾਸ, ਨਾਨਕ ਪੜਦਾ ਦੂਰ ਕਰ, ਹੋਵੇ ਦਾ ਸੰਦਾਸ। ਰਾਜੇ ਨੂੰ ਬਚਨ ਸੁਣ ਕੇ ਨਿਸ਼ਚਾ ਹੋ ਗਿਆ ਅਤੇ ਉਸ ਦੇ ਮਨ ਨੂੰ ਸੁੱਖ ਦੀ ਪ੍ਰਾਪਤੀ ਹੋ ਗਈ। ਫਿਰ ਵੀ ਮਨ 'ਚ ਰਾਜੇ ਨੇ ਸੋਚਿਆ ਕਿ ਜਿਨ੍ਹਾਂ ਦਾ ਅਸੀਂ ਪੰਥ ਗ੍ਰਹਿਣ ਕਰਨਾ ਹੈ, ਉਹਨਾਂ ਨੂੰ ਚੰਗੀ ਤਰ੍ਹਾਂ ਪਰਖ ਲੈਣਾ ਚਾਹੀਦਾ ਹੈ। ਰਾਜੇ ਨੇ ਬਾਗ ਵਿੱਚ ਪਲੰਘ ਢਾਏ, ਸੁੰਦਰ ਆਸਣ ਕਰਾਏ ਤੇ ਪਦਮਣੀਆਂ ਇਸਤਰੀਆਂ ਨੂੰ ਬੁਲਾਇਆ ਤੇ ਬਾਗ ਵਿੱਚ ਜਾਵੋ, ਉਹਨਾਂ ਫਕੀਰਾਂ ਨੂੰ ਕਿਸੇ ਤਰ੍ਹਾਂ ਜਾਲ ਵਿੱਚ ਫਸਾਵੋ। ਤਿੱਖੇ ਤੀਰਾਂ ਵਰਗੇ ਨੈਣ, ਲਾਲ ਬੁੱਲ,
ਗੋਰੇ ਰੰਗ, ਕਾਲੇ ਲੰਬੇ ਵਾਲਾਂ ਵਾਲੀਆਂ ਸੁੰਦਰੀਆਂ ਇੰਜ ਜਾਪਦੀਆਂ ਸਨ ਜਿਵੇਂ ਕਾਮਦੇਵ ਦੀਆਂ ਪੁੱਤਰੀਆਂ ਹੋਣ। ਕੋਇਲਾਂ ਵਰਗੀ ਆਵਾਜ਼, ਲੱਕ ਪਤਲੇ, ਕਿਸੇ ਦੀ ਉਮਰ 14 ਸਾਲ, ਕਿਸੇ ਦੀ 16 ਸਾਲ ਦੀ ਸੀ। ਚੱਲਣ ਸਮੇਂ ਗਹਿਣਿਆਂ ਦੀ ਆਵਾਜ਼ ਆਉਂਦੀ ਹੈ। ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕਾਮਦੇਵ ਆਪਣੇ ਨਗਾਰੇ ਵਜਾ ਰਿਹਾ ਹੋਵੇ। ਉਹਨਾਂ ਦੀਆਂ ਭਵਾਂ ਕਮਾਨ ਵਾਂਗੂ ਸਨ। ਰਾਜੇ ਦਾ ਤਾਂ ਇੱਕ ਬਹਾਨਾ ਸੀ, ਇੰਜ ਲੱਗਦਾ ਸੀ ਜਿਵੇਂ ਖੁਦ ਕਾਮਦੇਵ ਹੀ ਗੁਰੂ ਦੀ ਪ੍ਰੀਖਿਆ ਲੈਣ ਆਇਆ ਹੋਵੇ। ਗੁਰੂ ਜੀ ਨੇ ਕਿਹਾ, ਮਰਦਾਨਿਆ, ਰਬਾਬ ਦੀਆਂ ਤਾਰਾਂ ਛੇੜ। ਗੁਰਬਾਣੀ ਦਾ ਉਚਾਰਨ ਕੀਤਾ ਗਿਆ। ਗੁਰੂ ਜੀ ਦੇ ਵਚਨ ਸੁਣ ਕੇ ਤੇ ਨਾਮ ਦੀ ਮਹਿਮਾ ਨੂੰ ਸੁਣ ਕੇ ਉਹਨਾਂ ਇਸਤਰੀਆਂ ਦੇ ਮਨਾਂ ਵਿੱਚ ਸੱਚੀ ਸ਼ਰਧਾ ਤੇ ਪ੍ਰੇਮ ਭਾਵ ਜਾਗਿਆ। ਉਹਨਾਂ ਨੂੰ ਇਸ ਤਰ੍ਹਾਂ ਜਾਪਿਆ ਜਿਵੇਂ ਕੌਡੀ ਕੌਡੀ ਮੰਗਣ ਵਾਲੇ ਮੰਗਤੇ ਨੂੰ ਹੀਰਿਆਂ ਦਾ ਹਾਰ ਮਿਲ ਗਿਆ ਹੋਵੇ। ਉਹਨਾਂ ਨੂੰ ਇੰਨਾ ਜ਼ਿਆਦਾ ਆਨੰਦ ਮਿਲਿਆ, ਮਨ ਦੇ ਸਭ ਵਿਸ਼ਿਆਂ ਦਾ ਅੰਤ ਹੋ ਗਿਆ। ਐਸੀ ਕਿਰਪਾ ਦ੍ਰਿਸ਼ਟੀ ਕੀਤੀ, ਗੁਰੂ ਜੀ ਨੇ ਸਭ ਦਾ ਉਧਾਰ ਕੀਤਾ। ਸਾਰੀ ਰਾਤ ਗੁਰੂ ਜੀ ਦੇ ਚਰਨਾਂ ਦੀ ਸੇਵਾ ਕਰਦੀਆਂ ਰਹੀਆਂ। ਸਵੇਰ ਹੋਈ, ਰਾਜੇ ਪਾਸ ਗਈਆਂ ਤਾਂ ਰਾਜੇ ਪੁੱਛਿਆ, ਫਕੀਰ ਕਿਸ ਤਰ੍ਹਾਂ ਦਾ ਹੈ? ਉਸਨੇ ਕਾਮ ਨੂੰ ਜਿੱਤਿਆ ਹੈ ਜਾਂ ਨਹੀਂ? ਤਾਂ ਸਭ ਇਸਤਰੀਆਂ ਦੀ ਪ੍ਰਧਾਨ ਬੋਲੀ, ਹੇ ਰਾਜਨ, ਬਹੁਤ ਫਕੀਰ ਆਏ ਹਨ, ਪਰ ਅਜਿਹੇ ਕਾਮਲ ਫਕੀਰ ਅਸਾਂ ਪਹਿਲੀ ਵਾਰ ਦੇਖੇ ਹਨ, ਜਿਨ੍ਹਾਂ ਤੇ ਕਾਮ ਵਰਗੇ ਦੈਂਤ ਦਾ ਭੋਰਾ ਵੀ ਅਸਰ ਨਹੀਂ ਹੋਇਆ। ਉਹ ਸੁਮੇਰ ਪਰਬਤ ਵਾਂਗੂ ਅਡੋਲ ਰਹੇ। ਸਾਡੇ ਤੇ ਵੀ ਉਹਨਾਂ ਐਸੀ ਕਿਰਪਾ ਕੀਤੀ ਕਿ ਅਸੀਂ ਵੀ ਪਰਮਾਤਮਾ ਦਾ ਸਿਮਰਨ ਕਰਨ ਲੱਗ ਗਈਆਂ। ਉਹ ਤੇ ਖੁਦ ਪਰਮਾਤਮਾ ਸਰੂਪ ਹਨ, ਜਿਨ੍ਹਾਂ ਨੂੰ ਵੇਖ ਕੇ ਮਨ ਨਿਹਾਲ ਹੋ ਜਾਂਦਾ ਹੈ। ਸਾਡਾ ਕੋਈ ਪੂਰਬਲਾ ਕਰਮ ਜਾਗਿਆ ਹੈ, ਜਿਸ ਕਾਰਨ ਉਹਨਾਂ ਨਾਲ ਸਾਡਾ ਮੇਲ ਹੋਇਆ ਹੈ। ਹੇ ਰਾਜਨ, ਸਾਨੂੰ ਉਹਨਾਂ ਨੇ ਉਪਦੇਸ਼ ਦੇ ਕੇ ਨਿਹਾਲ ਕੀਤਾ ਹੈ। ਉਹਨਾਂ ਆਖਿਆ, ਵਿਸ਼ਾਂ ਦੇ ਭੋਗ ਵਿਸ਼ਟਾਂ ਦੀ ਨਿਆਈ ਹਨ, ਇਸ ਕਰਕੇ ਸਾਨੂੰ ਦੁਰਗੰਧਿਤ ਵਸਤੂਆਂ ਅੱਛੀਆਂ ਨਹੀਂ ਲੱਗਦੀਆਂ। ਤੇ ਰਾਜੇ ਦੇ ਮਨ ਵਿੱਚ ਪੱਕਾ ਵਿਚਾਰ ਹੋਇਆ ਕਿ ਉਹ ਫਕੀਰ ਧੰਨ ਗੁਰੂ ਨਾਨਕ ਦੇਵ ਜੀ ਹੀ ਹਨ, ਕਿਉਂਕਿ ਕਲਯੁੱਗ ਦਾ ਪ੍ਰਭਾਵ ਅਜਿਹਾ ਹੈ ਕਿ ਮਨ ਜਤ ਸਤ ਕਾਇਮ ਰੱਖਿਆ ਨਹੀਂ ਜਾਂਦਾ। ਇਸ ਤਰ੍ਹਾਂ ਵਿਚਾਰ ਕਰਕੇ ਰਾਜਾ ਮਹੱਲ ਤੋਂ ਨੰਗੇ ਪੈਰੀ ਟੁਰ ਪਿਆ। ਉਸ ਦਰਖਤ ਥੱਲੇ ਜਿੱਥੇ ਗੁਰੂ ਜੀ ਬੈਠੇ ਸਨ, ਰਾਜਾ ਪਹੁੰਚ ਗਿਆ। ਗੁਰੂ ਜੀ ਨੇ ਰਾਜੇ ਨੂੰ ਵੇਖ ਕੇ ਪਿੱਠ ਘੁਮਾ ਲਈ। ਰਾਜੇ ਵੱਲ ਨੂੰ ਬਿਲਕੁਲ ਵੇਖਿਆ ਵੀ ਨਹੀਂ। ਰਾਜੇ ਨੇ ਡੰਡਾਉਤ ਵੰਦਨਾ ਕੀਤੀ ਤੇ ਵਿਧੀ ਪੂਰਵਕ ਚਰਨ ਵੰਦਨਾ ਕੀਤੀ। ਹੱਥ ਜੋੜ ਕੇ ਸਾਹਮਣੇ ਬੈਠ ਗਿਆ। ਗੁਰੂ ਜੀ ਚੁੱਪਚਾਪ ਕੁਝ ਵੀ ਰਾਜੇ ਪ੍ਰਤੀ ਨਹੀਂ ਬੋਲੇ। ਇਸ ਤਰ੍ਹਾਂ 2.5 ਪਹਿਰ ਬੀਤ ਗਏ ਤਾਂ ਰਾਜਾ ਵੀ ਕੁਝ ਨਹੀਂ ਬੋਲਿਆ। ਤਾਂ ਗੁਰੂ ਜੀ 2.5 ਪਹਿਰ ਬਾਅਦ ਬੋਲੇ, ਹੇ ਰਾਜਨ, ਸਭ ਠੀਕ ਠਾਕ ਤਾਂ ਹੈ? ਆਖ, ਤੇਰੇ ਮਨ ਵਿੱਚ ਕੀ ਅਭਿਲਾਸ਼ਾ ਹੈ, ਜਿਸ ਕਾਰਨ ਇੱਥੇ 2.5 ਪਹਿਰ ਤੋਂ ਖੜੋਤਾ ਏ? ਬੇਦੀ ਕੁਲ ਦੇ, ਖੱਤਰੀ ਜਾਤ ਦੇ ਗੁਰੂ ਨਾਨਕ ਦਾ ਨਾਂ ਉਸਨੇ ਮਨਸੁਖ ਤੋਂ ਸੁਣਿਆ ਸੀ। ਉਹਨਾਂ ਦੇ ਦਰਸ਼ਨ ਕਰਨ ਦੀ ਮਨ ਵਿੱਚ ਅਭਿਲਾਸ਼ਾ ਹੈ। ਰਾਜੇ ਨੇ ਆਖਿਆ ਤਾਂ ਗੁਰੂ ਜੀ ਨੇ ਸ਼੍ਰੀ ਮੁਖ ਤੋਂ ਵਾਕ ਉਚਾਰਿਆ। ਤਦ ਰਾਜੇ ਸ਼ਿਵਨਾਭੀ ਨੇ ਆਖਿਆ, ਗੁਰੂ ਜੀ, ਮੈਨੂੰ ਸਮਝ ਨਹੀਂ ਜੇ, ਤੁਸੀਂ ਬ੍ਰਾਹਮਣ ਹੋ ਤਾਂ ਦੱਸੋ। ਗੁਰੂ ਜੀ ਨੇ ਆਖਿਆ, ਹੇ ਰਾਜਨ, ਇਹ ਜੋ ਸਰੀਰ ਹੈ ਤੱਕੜੀ ਦਾ ਟਾਬਾ ਹੈ ਤੇ ਜੀਭ ਡੰਡੀ ਹੈ। ਇਸ ਦੇ ਨਾਲ ਮੈਂ ਨਾਮ ਰੂਪੀ ਵਸਤੂ ਨੂੰ ਤੋਲ ਰਿਹਾ ਹਾਂ। ਜਦੋਂ ਰਾਜੇ ਸ਼ਿਵਨਾਭੀ ਨੇ ਬਾਣੀ ਸੁਣੀ ਤਾਂ ਜਾਣ ਗਿਆ, ਇਹ ਨਾਨਕ ਆਪ ਪਰਮਾਤਮਾ ਹਨ। ਪ੍ਰੇਮ ਵਸ ਹੋ ਕੇ ਗੁਰੂ ਜੀ ਦੀ ਬੜੀ ਉਸਤਤੀ ਕਰਨ ਲੱਗਾ। ਹੇ ਪ੍ਰਭੂ, ਮੈਂ ਕੀ ਆਖਾਂ, ਤੁਸੀਂ ਅੰਤਰਯਾਮੀ ਹੋ, ਸਭ ਮਨਾਂ ਦੀਆਂ ਜਾਣਦੇ ਹੋ। ਮੈਂ ਕੀ ਆਖਾਂ, ਮੇਰੀ ਐਸੀ ਜ਼ੁਬਾਨ ਵੀ ਨਹੀਂ ਜੋ ਮੈਂ ਤੁਹਾਡੀ ਸਿਫਤ ਕਰ ਸਕਾਂ। ਮੈਨੂੰ ਉਸਤਤੀ ਕਰਨੀ ਵੀ ਨਹੀਂ ਆਉਂਦੀ। ਮੂਰਖ ਹਾਂ ਪ੍ਰਭੂ, ਮੈਨੂੰ
ਆਪਣਾ ਦਾਸ ਜਾਣੋ। ਮੇਰੇ ਘਰ ਜਾ ਕੇ ਮੇਰਾ ਘਰ ਪਵਿੱਤਰ ਕਰੋ। ਤਾਂ ਗੁਰੂ ਜੀ ਨੇ ਕਿਹਾ, ਧਰਮਸ਼ਾਲਾ ਬਣਾਵੋ ਤੇ ਫਿਰ ਸਾਨੂੰ ਇੱਥੋਂ ਆ ਕੇ ਲੈ ਜਾਵੋ, ਅਸੀਂ ਧਰਮਸ਼ਾਲਾ ਵਿੱਚ ਜਾਵਾਂਗੇ। ਤਦ ਰਾਜੇ ਨੇ ਧਰਮਸ਼ਾਲਾ ਬਣਵਾਉਣੀ ਸ਼ੁਰੂ ਕਰ ਦਿੱਤੀ। ਕਸਤੂਰੀ, ਚੰਦਨ ਆਦਿ ਦਾ ਲੇਪ ਕੀਤਾ ਤੇ ਦਰਵਾਜ਼ਾ ਬੜਾ ਖੂਬਸੂਰਤ ਬਣਾਇਆ। ਅਨੇਕਾਂ ਤਰ੍ਹਾਂ ਦੇ ਆਸਣ ਵਿਛਾਏ, ਸਭ ਜਗ੍ਹਾ ਗੁਲਾਬ ਆਦਿ ਦਾ ਛਿੜਕਾਅ ਕੀਤਾ। ਧਰਮਸ਼ਾਲਾ ਬੜੀ ਸੁਗੰਧਿਤ ਹੋ ਗਈ। ਇੱਕ ਸੁੰਦਰ ਪਲੰਗ ਢਹਾ ਦਿੱਤਾ ਗਿਆ। ਜਦੋਂ ਰਾਜਾ ਬਾਗ ਵਿੱਚ ਸਾਰਾ ਕੰਮ ਮੁਕੰਮਲ ਕਰਕੇ ਗੁਰੂ ਜੀ ਨੂੰ ਲੈਣ ਵਾਸਤੇ ਗਿਆ ਤਾਂ ਉਹ ਉੱਥੇ ਨਹੀਂ ਸਨ। ਰਾਜਾ ਵਿਆਕੂਲ ਹੋ ਗਿਆ, ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਪਿਆ। ਉਸ ਨੂੰ ਸੇਵਕਾਂ ਨੇ ਚੁੱਕਿਆ। ਜਦੋਂ ਰਾਜੇ ਨੂੰ ਹੋਸ਼ ਆਈ ਤਾਂ ਹੌਲੀ ਹੌਲੀ ਬੋਲਣ ਲੱਗਾ। ਉਹ ਸੁੱਖਾਂ ਦੇ ਸਾਗਰ ਨਾਨਕ ਪਿਆਰੇ ਕਿੱਧਰ ਚਲੇ ਗਏ ਹਨ, ਜਿਨ੍ਹਾਂ ਦੇ ਦਰਸ਼ਨ ਕਰਨ ਨਾਲ ਤਿੰਨੇ ਪਾਪ ਖਤਮ ਹੋ ਜਾਂਦੇ ਹਨ, ਸਭ ਦੁੱਖ ਦੂਰ ਹੋ ਜਾਂਦੇ ਹਨ। ਮੈਨੂੰ ਕਈ ਚਿਰਾਂ ਤੋਂ ਉਡੀਕਾਂ ਸਨ। ਇਸ ਤਰ੍ਹਾਂ ਆਖ ਕੇ ਰਾਜਾ ਜੰਗਲ ਵੱਲ ਨੂੰ ਦੌੜਿਆ। ਪ੍ਰਭੂ, ਵਿਛੋੜੇ ਦੇ ਤੀਰਾਂ ਨਾਲ ਨਾ ਮਾਰੋ। ਆਖਿਰ ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਪਿਆ ਤਾਂ ਗੁਰੂ ਜੀ ਪ੍ਰਗਟ ਹੋਏ। ਫਿਰ ਹੌਲੀ ਹੌਲੀ ਸੁਰਤ ਆਈ। ਵੇਖਿਆ ਕਿ ਗੁਰੂ ਜੀ ਕੋਲ ਖੜੇ ਹਨ ਤੇ ਉਹਨਾਂ ਦੇ ਚਰਨਾਂ ਨੂੰ ਲਿਪਟ ਗਿਆ। ਗਲਾ ਭਰ ਕੇ ਆਖਣ ਲੱਗਾ, ਹੇ ਪ੍ਰਭੂ, ਮੈਂ ਧਰਮਸ਼ਾਲਾ ਬਣਾ ਦਿੱਤੀ ਹੈ, ਹੁਣ ਜਾ ਕੇ ਮੇਰੇ ਨਗਰ 'ਚ ਪੈਰ ਪਾਵੋ। ਇਸ ਤਰ੍ਹਾਂ ਗੱਲ ਸੁਣ ਕੇ ਗੁਰੂ ਜੀ ਰਾਜੇ ਦੇ ਨਾਲ ਟੁਰ ਪਏ। ਸਾਰੇ ਸ਼ਹਿਰ ਵਿੱਚ ਗੁਰੂ ਜੀ ਦੇ ਆਉਣ ਦਾ ਚਰਚਾ ਹੋਇਆ। ਸਭ ਲੋਕ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਉੱਥੇ ਆਏ। ਗੁਰੂ ਜੀ ਨੇ ਸਭ ਨੂੰ ਪਰਮਾਤਮਾ ਦੇ ਲੜ ਲੱਗਣ ਦਾ ਉਪਦੇਸ਼ ਦਿੱਤਾ। ਅਨੇਕਾਂ ਤਰ੍ਹਾਂ ਨਾਲ ਰਾਜੇ ਨੇ ਆਪਣੇ ਹੱਥ ਵਿੱਚ ਸੋਨੇ ਦਾ ਥਾਲ ਫੜਿਆ ਹੋਇਆ ਸੀ ਤੇ ਹੱਥ ਵਿੱਚ 6 ਮੁਖਿਆ ਦੀਵਾ ਸੀ। ਰਾਜੇ ਨੇ ਗੁਰੂ ਜੀ ਦੀ ਆਰਤੀ ਕੀਤੀ। ਜੈ ਜੈਕਾਰਾਂ ਦੀਆਂ ਆਵਾਜ਼ਾਂ ਆ ਰਹੀਆਂ ਸਨ ਤੇ ਰਾਜੇ ਨੇ ਬੇਨਤੀ ਕੀਤੀ, ਪ੍ਰਭੂ ਜੀ, ਮੈਨੂੰ ਸੁਨਾਤ ਕਰੋ, ਆਪਣੇ ਚਰਨਾਂ ਵਿੱਚ ਆਸਰਾ ਦਿਓ, ਮੈਨੂੰ ਉਪਦੇਸ਼ ਕਰੋ। ਤੁਹਾਡੇ ਵਚਨ ਨਾਲ 4 ਪਦਾਰਥ ਅਰਥਾਤ ਧਰਮ, ਅਰਥ, ਕਾਮ, ਮੋਕਸ਼ ਮਿਲ ਜਾਂਦੇ ਹਨ। ਇਸ ਤਰ੍ਹਾਂ ਰਾਜੇ ਨੇ ਬੇਨਤੀ ਕੀਤੀ ਤਾਂ ਗੁਰੂ ਜੀ ਨੇ ਕਿਹਾ, ਹੇ ਰਾਜਨ, ਮਨ ਨੂੰ ਰੋਕਣ ਵਾਸਤੇ ਨਿਰਮਲ ਕਰਨਾ ਪੈਂਦਾ ਹੈ। ਇਹੀ ਤਰੀਕਾ ਹੈ। ਜਗਤ ਦੇ ਕਲੇਸ਼ਾਂ ਨੂੰ ਖਤਮ ਕਰਨ ਦੇ 2 ਤਰੀਕੇ ਸੰਤ ਦੱਸਦੇ ਹਨ। ਜੋ ਤੈਨੂੰ ਸੌਖਾ ਲੱਗਦਾ ਹੋਵੇ ਉਸ ਨੂੰ ਲੈ। ਰਾਜੇ ਨੇ ਨਿਮਰਤਾ ਸਹਿਤ ਕਿਹਾ, ਹੇ ਗੁਰੂ ਜੀ, ਜੋ ਤੁਸੀਂ 2 ਸਾਧਨ ਦੱਸੇ ਹਨ, ਮੈਨੂੰ ਵਿਸਥਾਰ ਨਾਲ ਸਮਝਾਓ। ਗੁਰੂ ਜੀ ਨੇ ਕਿਹਾ, ਹੇ ਰਾਜਨ, ਸੁਣੋ, 2 ਸਾਧਨ ਯੋਗ ਤੇ ਭਗਤੀ ਹਨ। ਇਹਨਾਂ ਦੋਹਾਂ ਨਾਲ ਸਰੀਰ ਨਿਰਮਲ ਹੋ ਜਾਂਦਾ ਹੈ।